ਵਾਹਿਗੁਰੂ ਸਾਹਿਬ ਜੀ। ਡੰਡੋਤ ਵੰਦਨ ਕਵਾਰ। ਸਰਬ ਕਲਾ ਸਮਰੱਥ ਡੋਲਣ ਤੇ ਰਾਖੋ ਪ੍ਰਭੂ। ਨਾਨਕ ਦੇ ਗੁਰ ਹੱਥ ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸਚ ਜੁਗਾਦ ਸਚ ਹੈ ਵੀ ਸਚ। ਨਾਨਕ ਹੋਸੀ ਵੀ ਸਚ। ਸੁਣ ਹਰਿ ਕਥਾ ਉਤਾਰੀ ਮੈਲ। ਮਹਾ ਪੁਨੀਤ ਭਏ ਸੁਖ ਸੈਲ। ਸਭ ਤੇ ਉਤਮ ਹਰਿ ਕੀ ਕਥਾ। ਨਾਮ ਸੁਨਤ ਦਰਦ ਦੁਖ ਲੱਥਾ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਪੰਜਵਾਂ। ਕੋਟ ਜਨਮ ਕੇ ਬਿਨਸੇ ਪਾਪ। ਹਰ ਹਰ ਜਪਤ ਨਾਹੀ ਸੰਤਾਪ। ਗੁਰ ਕੇ ਚਰਨ ਕਮਲ ਮਨ ਵਸੇ। ਮਹਾ ਵਿਕਾਰ ਤਨ ਤੇ ਸਭ ਨਸੇ। ਗੋਪਾਲ ਕੋ ਜਸ ਗਾਓ ਪ੍ਰਾਣੀ। ਅਕਥ ਕਥਾ ਸਾਚੀ ਪ੍ਰਭ ਪੂਰਨ। ਜੋਤੀ ਜੋਤ ਸਮਾਣੀ ਰਹਾਓ। ਕੋਟ ਜਨਮ ਕੇ ਬਿਨਸੇ ਪਾਪ। ਹਰ ਹਰ ਜਪਤ ਨਾਹੀ ਸੰਤਾਪ। ਗੁਰ ਕੇ ਚਰਨ ਕਮਲ ਮਨ ਵਸੇ। ਮਹਾ ਵਿਕਾਰ ਤਨ ਤੇ ਸਭ ਨਸੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ। ਹਾਜ਼ਰਾ ਹਜ਼ੂਰ ਜਾਰਾ ਜਹੂਰ ਸਰਬ ਕਲਾ ਭਰਪੂਰ। ਸ਼ਬਦ ਗੁਰੂ ਗੁਰੂ ਗਰੀਬ ਨਿਵਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ। ਸਤ ਸੰਗਤ ਦਾ ਅਮੋਲਕ ਸਮਾਂ ਬਖਸ਼ਿਆ ਹੈ। ਸਤਿਗੁਰੂ ਜੀ ਦੇ ਚਰਨਾਂ ਕਮਲਾਂ ਵਿੱਚ ਜੁੜ ਕੇ ਲਾਭ ਪ੍ਰਾਪਤ ਕਰੀਏ। ਇਸ ਪਾਵਨ ਪਵਿੱਤਰ ਅਸਥਾਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਜੋ ਪਾਵਨ ਬਾਣੀ ਦੀ ਲੜੀਵਾਰ ਕਥਾ ਚੱਲ ਰਹੀ ਹੈ, ਇਸ ਦੇ ਤਹਿਤ ਰਾਮ ਕਲੀ ਰਾਗ ਦੇ ਅੰਦਰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੋ ਬਖਸ਼ਿਸ਼ਾਂ ਕਰ ਰਹੇ ਹਨ। ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ, ਗਰੀਬ ਨਵਾਜ ਕਿਰਪਾ ਕਰੋ। ਆਪ ਜੀ ਦੀ ਪਾਵਨ ਬਾਣੀ ਦੀਆਂ ਮਹਾਨ ਬਖਸ਼ਿਸ਼ਾਂ ਸਾਡੇ ਹਿਰਦੇ ਦੇ ਵਿੱਚ ਵਸ ਜਾਣ। ਕਿਰਪਾ ਕਰੋ, ਕਰ ਕਿਰਪਾ ਵਸੋ ਮੇਰਾ ਹਿਰਦੈ ਹੋਏ ਸਹਾਈ ਆਪ। ਮਹਾਰਾਜ ਕਿਰਪਾ ਕਰੋ, ਆਪ ਹੀ ਮੇਰੇ ਹਿਰਦੇ ਦੇ ਵਿੱਚ ਆ ਕੇ ਵਸਣਾ ਕਰੋ, ਰਹਿਮਤ ਕਰੋ, ਬਖਸ਼ਿਸ਼ ਕਰੋ।
ਸੋ ਸਤਿਗੁਰੂ ਪਾਤਸ਼ਾਹ ਜੀ ਜੋ ਬਖਸ਼ਿਸ਼ ਕਰ ਰਹੇ ਹਨ, ਰਹਾਉ ਦਾ ਬੰਧ ਹੈ ਗੋਪਾਲ ਕੋ ਜਸ ਗਾਓ ਪ੍ਰਾਣੀ, ਅਕਥ ਕਥਾ ਸਾਚੀ ਪ੍ਰਭ ਪੂਰਨ ਜੋਤੀ ਜੋਤ ਸਮਾਣੀ। ਰਹਾਉ ਰਹਾਉ ਦਾ ਜੋ ਬੰਦ ਹੁੰਦਾ ਹੈ, ਇਹਦੇ ਵਿੱਚ ਸ਼ਬਦ ਦਾ ਸਾਰਾ ਕੇਂਦਰੀ ਭਾਵ ਹੁੰਦਾ ਹੈ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਭਾਈ ਵਾਹਿਗੁਰੂ ਗੋਪਾਲ ਪਰਮੇਸ਼ਵਰ ਦੇ ਗੁਣ ਗਾਓ, ਜਿਨ੍ਹਾਂ ਨੇ ਉਸ ਅਕਥ ਵਾਹਿਗੁਰੂ ਦੀ ਕਥਾ ਕੀਤੀ ਹੈ, ਸਿਫਤ ਸਲਾਹ ਕੀਤੀ ਹੈ। ਪਾਤਸ਼ਾਹ ਕਹਿੰਦੇ ਇਹ ਵਾਹਿਗੁਰੂ ਦੀ ਸਿਫਤ ਸਲਾਹ ਸੱਚੀ ਹੈ, ਤੇ ਉਹ ਵਾਹਿਗੁਰੂ ਪਰਮਾਤਮਾ ਦੀ ਜੋਤ ਪੂਰਨ ਹੈ। ਜੀਵ ਆਤਮਾ ਉਸ ਪਰਿਪੂਰਨ ਪਰਮਾਤਮਾ ਵਿੱਚ ਲੀਨ ਹੋ ਜਾਂਦਾ ਹੈ, ਜਿਹੜਾ ਵਾਹਿਗੁਰੂ ਪਰਮਾਤਮਾ ਦੇ ਨਾਮ ਨੂੰ ਜਪਦਾ ਹੈ। ਆਪਾਂ ਸਾਰੇ ਪਰਮਾਤਮਾ ਤੋਂ ਆਏ ਹਾਂ, ਤੇ ਗੁਰਮੁਖੋ ਸਾਡਾ ਜਿਹੜਾ ਜਨਮ ਹੈ ਉਹ ਵਾਹਿਗੁਰੂ ਨੇ ਸ਼ਬਦ ਨਾਲ ਕੀਤਾ ਹੈ। ਸਾਚੇ ਤੇ ਪਵਨਾ ਭਿਆ, ਪਵਨਾ ਤੇ ਜਲ ਹੋਏ, ਜਲ ਤੇ ਤਿਰ ਪਵਨ ਸਾਜਿਆ, ਘਟ ਘਟ ਜੋਤ ਸਮੋਏ। ਵਾਹਿਗੁਰੂ ਪਰਮਾਤਮਾ ਨੇ ਕੀਤਾ ਪਸਾਓ, ਏਕੋ ਕਵਾਓ, ਤੇਤੇ ਹੋਏ ਲਖ ਦਰਿਆਓ। ਉਸ ਵਾਹਿਗੁਰੂ ਨੇ ਇੱਕੋ ਸ਼ਬਦ ਬੋਲਿਆ, ਉਹਦੇ ਤੋਂ ਸਾਰੇ ਸੰਸਾਰ ਦੀ, ਸਾਰੇ ਜੀਵਾਂ ਦੀ ਉਤਪਤੀ ਹੋਈ ਹੈ। ਉਹ ਵਿਧਾਨ ਮਹਾਰਾਜ ਨੇ ਦੱਸਿਆ ਹੈ ਕਿ ਕਿਵੇਂ ਉਹ ਸ਼ਬਦ ਹੋਇਆ, ਸਾਜੇ ਤੇ ਪਵਨਾ ਪਿਆ, ਪਵਨਾ ਤੇ ਜਲ ਹੋਏ, ਜਲ ਤੇ ਤਿਰ ਭਵਨ ਸਾਜਿਆ, ਘਟ ਘਟ ਸੁਜੋ ਸਮੋਏ। ਜਿਸ ਵਿਧੀ ਨਾਲ ਸਾਡੀ ਸਿਰਜਣਾ ਹੋਈ ਹੈ, ਉਸੇ ਦੁਆਰਾ ਹੀ ਅਸੀਂ ਵਾਪਸ ਪਰਮਾਤਮਾ ਵਿੱਚ ਲੀਨ ਹੋਵਾਂਗੇ। ਜਿਵੇਂ ਆਪਾਂ ਆਪਣੇ ਘਰ ਦੇ ਦਰਵਾਜ਼ੇ ਚੋਂ ਬਾਹਰ ਨਿਕਲੇ ਹਾਂ, ਤੇ ਉਸ ਘਰ ਵਿੱਚ ਮੁੜ ਕੇ ਜੇ ਆਪਾਂ ਐਂਟਰੀ ਕਰਨੀ ਹੈ, ਉਸ ਘਰ ਵਿੱਚ ਮੁੜ ਕੇ ਜਾਣਾ, ਤਾਂ ਉਹੀ ਦਰ ਲੱਭਣਾ ਪਵੇਗਾ, ਉਸੇ ਦਰ ਰਾਹੀਂ ਆਪਣੇ ਘਰ ਵਿੱਚ ਵਾਪਸ ਜਾਵਾਂਗੇ। ਜੇ ਆਪਾਂ ਉਸ ਦਰ ਨੂੰ ਸਮਝਾਂਗੇ ਨਹੀਂ, ਤੇ ਭਾਵੇਂ ਆਪਣੇ ਘਰ ਦੇ ਦੁਆਲੇ ਕਿੰਨੇ ਬੰਦਾ ਗੇੜੇ ਕੱਢੀ ਜਾਵੇ, ਉਹਨੂੰ ਟਿਕਾ ਨਹੀਂ ਮਿਲੇਗਾ। ਤੇ ਜੇ ਆਪਣੇ ਘਰ ਤੋਂ ਦੂਰ ਜਾ ਕੇ ਕਿਤੇ ਵੀ ਭਟਕੀ ਜਾਵੇ, ਤਾਂ ਉਹ ਤਾਂ ਹੋਰ ਜ਼ਿਆਦਾ ਖੁਆਰ ਹੋਵੇਗਾ। ਤਾਂ ਇਹ ਸੋਝੀ ਹੋਣੀ ਚਾਹੀਦੀ ਹੈ। ਪਾਤਸ਼ਾਹ ਜੀ ਕਹਿੰਦੇ, ਭਾਈ ਇਹ ਸੋਝੀ ਆਉਂਦੀ ਹੈ ਜਦੋਂ ਮਨੁੱਖ ਗੁਰੂ ਦੀ ਮੱਤ ਲੈ ਕੇ ਧਿਆਨ ਧਾਰਨ ਕਰਦਾ ਹੈ। ਕਈ ਵਾਰ ਆਪ ਜੀ ਨਾਲ ਵੀ ਹੋਇਆ ਹੋਵੇਗਾ ਕਿ ਮਨੁੱਖ ਆਪਣੇ ਘਰ ਦੇ ਅੱਗੋਂ ਹੀ ਕਈ ਵਾਰ ਲੰਘ ਜਾਂਦਾ, ਕਿਉਂਕਿ ਧਿਆਨ ਨਹੀਂ ਹੁੰਦਾ, ਸੁਰਤ ਬੇਸੁਰਤ ਹੋਈ ਹੁੰਦੀ ਹੈ। ਕਈ ਵਾਰ ਜਿੱਥੇ ਆਪਣੇ ਦਫ਼ਤਰ ਵਿੱਚ ਕੰਮ ਕਰਨ ਜਾਂਦਾ ਸੀ, ਰੋਜ਼ ਜਾਂਦਾ ਸੀ, ਅੱਜ ਧਿਆਨ ਨਹੀਂ, ਤੇ ਉਹਦੇ ਤੋਂ ਕੁਝ ਕਦਮ ਅੱਗੇ ਚਲਾ ਗਿਆ, ਯਾਦ ਆਇਆ ਮੈਂ ਤੇ ਆਪਣੇ ਦਫ਼ਤਰ ਤੋਂ ਅੱਗੇ ਲੰਘ ਆਇਆ ਹਾਂ, ਫਿਰ ਵਾਪਸ ਮੁੜਦਾ ਹੈ। ਇਸੇ ਤਰ੍ਹਾਂ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਰ ਵੀ, ਜਦੋਂ ਸਾਡਾ ਧਿਆਨ ਇਕਾਗਰ ਨਹੀਂ ਹੁੰਦਾ, ਆਪਾਂ ਜਿਹੜਾ ਕਾਰਜ ਕਰਨਾ ਹੁੰਦਾ ਉਸ ਨੂੰ ਭੁੱਲ ਕੇ ਉਸ ਤੋਂ ਹੋਰ ਪਾਸੇ ਤੁਰ ਪੈਂਦੇ ਆ। ਫਿਰ ਯਾਦ ਆਉਂਦਾ, ਓਹੋ ਮੈਂ ਤਾਂ ਕੰਮ ਕੋਈ ਹੋਰ ਆਇਆ ਸੀ, ਤਾਂ ਫਿਰ ਵਾਪਸ ਮੁੜਦਾ ਹੈ। ਇਸੇ ਤਰ੍ਹਾਂ ਆਇਓ ਪੜਨ ਸੁਣਨ ਕੋ ਬਾਣੀ, ਜੀਵ ਆਇਆ ਹੈ ਬਾਣੀ ਪੜਨ ਸੁਣਨ ਵਾਸਤੇ, ਨਾਮ ਜਪਣ ਵਾਸਤੇ, ਪਰ ਇਸ ਨੂੰ ਭੁੱਲ ਗਿਆ ਹੈ। ਪਾਤਸ਼ਾਹ ਕਹਿੰਦੇ, ਨਾਮ ਵਿਸਾਰ ਲੱਗੈ ਅਨ ਲਾਲਚ, ਬਿਰਥਾ ਜਨਮ ਪ੍ਰਾਣੀ। ਨਾਮ ਨੂੰ ਭੁੱਲ ਗਿਆ ਹੈ, ਜਿਹੜਾ ਕੰਮ ਕਰਨਾ ਸੀ ਹੋਰ ਪਾਸੇ ਤੁਰਿਆ ਫਿਰਦਾ ਹੈ। ਤੋ ਆਪਣੇ ਘਰ ਵਿੱਚ ਵਾਪਸੀ ਕਿਵੇਂ ਹੋਵੇਗੀ? ਧਿਆਨ ਦੇ ਨਾਲ, ਉੱਚੀ ਸੁਰਤ ਦੇ ਨਾਲ, ਸ਼ਬਦ ਦੇ ਨਾਲ ਅਸੀਂ ਪੈਦਾ ਹੋਏ ਹਾਂ, ਸ਼ਬਦ ਨਾਲ ਹੀ ਸਾਡੀ ਵਾਪਸੀ ਹੋਵੇਗੀ। ਉਹ ਹੈ ਵਾਹਿਗੁਰੂ ਦਾ ਨਾਮ। ਜਦੋਂ ਵਾਹਿਗੁਰੂ ਦਾ ਨਾਮ ਜਪੇਗਾ ਤਾਂ ਪਾਤਸ਼ਾਹ ਕਹਿੰਦੇ ਵਾਹਿਗੁਰੂ ਦੇ ਵਿੱਚ ਲੀਨ ਹੋ ਜਾਵੇਗਾ। ਸੋ ਦਰ ਕਿਹਾ ਸੋ ਘਰ ਕਿਹਾ, ਜਿਤਵੈ ਸਰਬ ਸੰਭਾਲੇ। ਸ਼ਬਦ ਦੇ ਨਾਲ ਹੀ ਆਪਾਂ ਉਸ ਦਰ ਘਰ ਵਿੱਚ ਜਾ ਕੇ ਵਾਹਿਗੁਰੂ ਵਿੱਚ ਲੀਨ ਹੋਵਾਂਗੇ।
ਸੋ ਸਤਿਗੁਰੂ ਪਾਤਸ਼ਾਹ ਕਿਰਪਾ ਕਰੋ, ਆਪ ਜੀ ਦੀ ਬਾਣੀ ਦਾ ਮਹਾਨ ਉਪਦੇਸ਼ ਸਾਡੇ ਮਨਾਂ ਵਿੱਚ ਵਸ ਜਾਵੇ। 897 ਅੰਗ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਬਖਸ਼ਿਸ਼ ਕਰ ਰਹੇ ਹਨ। ਰਾਮ ਕਲੀ ਮਹੱਲਾ ਪੰਜਵਾਂ। ਰਾਮ ਕਲੀ ਰਾਗ ਪੰਚਮ ਪਾਤਸ਼ਾਹ ਜੀ ਦੀ ਬਾਣੀ ਹੈ। ਕੋਟ ਜਨਮ ਕੇ ਬਿਨ ਸੇ ਪਾਪ, ਹਰ ਹਰ ਜਪਤ ਨਾਹੀ ਸੰਤਾਪ। ਵਾਹਿਗੁਰੂ ਦੇ ਨਾਮ ਨੂੰ ਵਿਸਾਰ ਕੇ ਮਨੁੱਖ ਨੇ ਜੋ ਕੀਤਾ ਉਹ ਪਾਪ ਹੀ ਕੀਤਾ ਹੈ। ਕਿਉਂਕਿ ਜਦੋਂ ਆਪਣੇ ਮੇਨ ਮਕਸਦ ਧੁਰੇ ਨਾਲੋਂ ਟੁੱਟ ਗਿਆ, ਇਹ ਜਿੰਨਾ ਕਦਮ ਹੋਰ ਪਾਸੇ ਜਾ ਰਿਹਾ ਉਹ ਪਾਪ ਹੀ ਹੋ ਰਹੇ ਹਨ। ਤੇ ਮਹਾਰਾਜ ਕਹਿੰਦੇ ਇਸ ਤਰ੍ਹਾਂ ਚਲਦਿਆਂ ਚਲਦਿਆਂ ਸਾਨੂੰ ਕਿੰਨਾ ਸਮਾਂ ਹੋ ਗਿਆ, ਕਰੋੜਾਂ ਜਨਮ ਹੋ ਗਏ ਨੇ। ਸ੍ਰੀ ਸੁਖਮਨੀ ਸਾਹਿਬ ਆਪਾਂ ਪੜ੍ਹਦੇ ਹਾਂ, ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾ ਲੋਭ ਧਰੋ ਇਆਹੂ ਜੁਗਤ ਬਿਹਾਨੇ ਕਈ ਜਨਮ, ਨਾਨਕ ਰਾਖ ਲਿਓ ਆਪਨ ਕਰ ਕਰਮ। ਵਾਹਿਗੁਰੂ ਨੂੰ ਵਿਸਾਰ ਕੇ ਜੀਵ ਇਹਨਾਂ ਦੇ ਵਿੱਚ ਹੀ ਲੱਗਾ ਰਹਿੰਦਾ ਹੈ, ਤੇ ਇਹਨਾਂ ਵਿੱਚ ਲੱਗ ਕੇ ਕੋਈ ਪੁੰਨ ਕਰਮ ਤਾਂ ਕਰੇਗਾ ਨਹੀਂ, ਪਾਪ ਹੀ ਕਰੇਗਾ। ਇਹ ਦੇਖਣ ਨੂੰ ਸੋਹਣੇ ਲੱਗਦੇ ਨੇ, ਵਰਤਨ ਨੂੰ ਸੋਹਣੇ ਲੱਗਦੇ ਨੇ, ਪਰ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਇਹ ਤਾਂ ਐਸੇ ਬਲੀ ਹਨ, ਦੁਨੀਆ ਵਿੱਚ ਸੋਹਣੇ ਤੋਂ ਸੋਹਣੇ ਮਨੁੱਖ ਨੂੰ, ਗਿਆਨਵਾਨ ਤੋਂ ਗਿਆਨਵਾਨ ਮਨੁੱਖ ਨੂੰ, ਬੜੇ ਤੋਂ ਬੜੇ ਬਲ ਵਾਲੇ ਨੂੰ ਇਹਨਾਂ ਨੇ ਮੋਹ ਲਿਆ, ਮਲ ਛੱਡਿਆ ਹੈ। ਚਾਰ ਵਰਨ ਚੌਹਾਂ ਕੇ ਮਰਦਨ ਖਟ ਦਰਸ਼ਨ ਕਰ ਤਲੀਰੇ, ਸੁੰਦਰ ਸੁਗਰ ਸਰੂਪ ਸਿਆਣੇ ਪੰਚੋ ਹੀ ਮੋਏ ਛਲੀਰੇ। ਜਿਨ ਮਿਲ ਮਾਰੇ ਪੰਜ ਸੂਰਵੀਰ ਐਸੋ ਕੌਣ ਬਲੀ ਨੇ, ਜਿਨ ਪੰਚ ਮਾਰ ਬਿਦਾਰ ਗੁਦਾਰੇ ਸੋ ਪੂਰਾ ਏ ਕਲੀਰੇ। ਐਸੇ ਬਲ ਵਾਲੇ ਹਨ, ਚਾਰੇ ਵਰਨਾਂ ਦੇ ਲੋਕਾਂ ਨੂੰ ਇਹਨਾਂ ਨੇ ਹੱਥ ਦੀ ਤਲੀ ਤੇ ਮਲ ਕੇ ਸੁੱਟ ਦਿੱਤਾ ਹੈ। ਇੰਨੀ ਪਾਵਰ ਵਾਲੇ, ਇਹਨਾਂ ਵਿੱਚ ਫਸਿਆ ਹੋਇਆ ਜੀਵ ਪਾਪ ਕਰਮ ਹੀ ਕਰਦਾ ਹੈ। ਜਦੋਂ ਵਾਹਿਗੁਰੂ ਦਾ ਜਸ ਗਾਇਆ, ਜਿਵੇਂ ਜਿਵੇਂ ਵਾਹਿਗੁਰੂ ਦਾ ਜਸ ਗਾਇਆ, ਇਹਨਾਂ ਦੁਆਰਾ ਲਾਈ ਹੋਈ ਮੈਲ ਉਤਰਨ ਲੱਗ ਪਈ, ਉਹ ਪਾਪ ਦੂਰ ਹੋਣ ਲੱਗ ਪਏ। ਕੋਟ ਜਨਮ ਕੇ ਉਹ ਕਰੋੜਾਂ ਜਨਮਾਂ ਦੇ ਪਾਪ ਲੈਣ ਲੱਗ ਪਏ। ਸਤਿਗੁਰੂ ਜੀ ਨੇ ਬੜਾ ਸੋਹਣਾ ਪ੍ਰਮਾਣ ਦਿੱਤਾ ਹੈ, ਕਹਿੰਦੇ ਵੀ ਉਹ ਪਾਪ ਲੈਣ ਵਿੱਚ ਕਿੰਨਾ ਕੁ ਸਮਾਂ ਲੱਗਦਾ ਹੈ। ਤਾਂ ਪਾਤਸ਼ਾਹ ਕਹਿੰਦੇ ਜਿਵੇਂ ਕਰੋੜਾਂ ਮਣ ਲੱਕੜ ਇਕੱਠੀ ਕੀਤੀ ਹੋਵੇ, ਉਹ ਕਿੰਨੀ ਜਗ੍ਹਾ ਨੂੰ ਘੇਰ ਲੈਂਦੀ ਹੈ, ਤੇ ਉਹਨੂੰ ਇਕੱਠਾ ਕਰਨ ਤੇ ਵੀ ਬਹੁਤ ਸਮਾਂ ਲੱਗ ਜਾਂਦਾ ਹੈ। ਪਰ ਕਰੋੜਾਂ ਮਣ ਲੱਕੜ ਨੂੰ ਸਾੜਨ ਤੇ ਓਨਾ ਸਮਾਂ ਨਹੀਂ ਲੱਗੇਗਾ। ਪਾਤਸ਼ਾਹ ਜੀ ਦੇ ਬਚਨ ਨੇ, ਈਦਣ ਕੀਤੋ ਮੂਖਣਾ ਭੋਰੀ ਤਿਤਿਅਮ ਭਾਏ। ਕਹਿੰਦੇ ਈਦਣ ਕਹਿੰਦੇ ਨੇ ਬਾਲਣ ਨੂੰ, ਕਰੋੜਾਂ ਮਣ ਲੱਕੜਾਂ ਬਾਲਣ ਇਕੱਠਾ ਕੀਤਾ, ਬਸ ਥੋੜੀ ਜੀ ਅੱਗ ਦੀ ਚੰਗਿਆੜੀ ਚਾਹੀਦੀ ਹੈ, ਮਾੜੀ ਜੀ ਅੱਗ ਲੱਗਣੀ ਚਾਹੀਦੀ ਹੈ। ਜਦੋਂ ਅੱਗ ਇੱਕ ਵਾਰੀ ਲੱਗ ਨੂੰ, ਇੱਕ ਲੱਕੜ ਨੂੰ ਅੱਗ ਨੇ ਪਕੜ ਲਿਆ ਨਾ, ਬਸ ਸਾਰੀਆਂ ਨੂੰ ਫਿਰ ਸਾੜ ਕੇ ਸਵਾਹ ਕਰ ਦੇਵੇਗੀ। ਇਹ ਜਿਹੜਾ ਆਪਾਂ ਵਾਹਿਗੁਰੂ ਵਾਹਿਗੁਰੂ ਜਪਣਾ ਹੈ, ਭਾਵੇਂ ਥੋੜਾ ਜਿਹਾ ਸਮਾਂ ਨੇਮ ਇੱਕ ਬਣਾ ਕੇ ਜਪਣਾ ਪਵੇਗਾ। ਇਹ ਨਹੀਂ ਵੀ ਅੱਜ 2 ਘੰਟੇ ਜਪ ਲਿਆ, ਕੱਲ ਨੂੰ ਪਰਸੋਂ 2-4 ਦਿਨ ਫਿਰ ਜਪਿਆ ਹੀ ਨਹੀਂ ਹੈ। ਲਗਾਤਾਰ ਭਾਵੇਂ 15 ਮਿੰਟ ਦਾ ਅਭਿਆਸ ਰੱਖ ਲਵੋ। ਰੋਜ਼ ਜਦੋਂ ਜਪਾਂਗੇ, ਇੱਕ ਵਾਰੀ ਨਾਮ ਦੀ ਚੰਗਿਆੜੀ ਅੰਦਰ ਲੱਗ ਗਈ, ਕਰੋੜਾਂ ਜਨਮਾਂ ਦੇ ਕੀਤੇ ਹੋਏ ਪਾਪਾਂ ਨੂੰ ਸਾੜ ਕੇ ਸਵਾਹ ਕਰ ਦੇਵੇਗੀ। ਬਹੁਤਾ ਸਮਾਂ ਨਹੀਂ ਲੱਗਦਾ। ਲੱਖਾਂ ਕਰੋੜਾਂ ਮਣ ਇਕੱਠਾ ਕਰਨ ਤੇ ਮਹੀਨਾ 2 ਮਹੀਨੇ ਸਾਲ ਸਮਾਂ ਲੱਗ ਜਾਂਦਾ ਹੈ, ਪਰ ਸਾੜਨ ਲੱਗਿਆ ਇੰਨਾ ਸਮਾਂ ਨਹੀਂ ਲੱਗਦਾ। ਅੱਗ ਲੱਗਣ ਦੀ ਦੇਰੀ ਹੈ। ਵੇਖਦਿਆਂ ਵੇਖਦਿਆਂ ਕਰੋੜਾਂ ਮਣ ਲੱਕੜਾਂ ਨੂੰ ਅੱਗ ਨੇ ਸਾੜ ਕੇ ਸਵਾਹ ਕਰ ਦਿੱਤਾ। ਸੰਸਕ੍ਰਿਤੀ ਦੇ ਅੰਦਰ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ, ਕਹਿੰਦੇ ਘੋਰ ਦੁਖਿਅੰਗ ਅਨਕ ਹਤਿਅੰਗ ਜਨਮ ਦਰਿਦਰੰਗ ਮਾਂ ਵਿਖਿਆਦੰਗ ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸ਼ਟ ਭਸਮੰ ਕਰੋਤ। ਉੱਥੇ ਵੀ ਪ੍ਰਵਾਨ ਮਹਾਰਾਜ ਜੀ ਨੇ ਲੱਕੜਾਂ ਦਾ ਤੇ ਅੱਗ ਦਾ ਦਿੱਤਾ ਹੈ। ਪਾਵਕ ਕਹਿੰਦੇ ਨੇ ਅੱਗ ਨੂੰ, ਕਾਸ਼ਟ ਕਹਿੰਦੇ ਨੇ ਲੱਕੜ ਨੂੰ। ਮਹਾਰਾਜ ਕਹਿੰਦੇ ਘੋਰ ਦੁਖਿਅੰਗ, ਐਸੇ ਦੁੱਖ ਚਿੰਬੜ ਗਏ, ਘੋਰ ਦੁੱਖ ਜਿਹੜਾ ਲੱਗਦਾ ਸੀ ਇਹ ਮਿਟ ਹੀ ਨਹੀਂ ਸਕਦੇ। ਘੋਰ ਦੁਖਿਅੰਗ ਅਨਕ ਹਤਿਅੰਗ ਜਨਮ ਦਰਿਦਰੰਗ ਮਾਂ ਵਿਖਿਆਦੰਗ ਮਿਟੰਤ ਸਗਲ
सिमरंत हर नाम नानक जैसे पावक काष्ट भस्मं क्रोध। जिवें पावक ने अग ने ਲੱਕੜਾਂ ਨੂੰ ਸਾੜ ਕੇ ਸਵਾਹ ਕਰ ਦਿੱਤਾ, ਇਸੇ ਤਰ੍ਹਾਂ ਵਾਹਿਗੁਰੂ ਦਾ ਨਾਮ ਇੱਕ ਵਾਰੀ ਚੰਗਿਆੜੀ ਲੱਗ ਜਾਏ, ਜਿਹੜਾ ਰੋਜ਼ ਰੋਜ਼ ਜਪਣਾ ਵੀ ਇੱਕ ਵਾਰੀ ਅੰਦਰੋਂ ਚੱਲ ਪਵੇ। ਜਿਸ ਨਾਮ ਚੱਲ ਗਿਆ ਕਰੋੜਾਂ ਜਨਮਾਂ ਦੇ ਪਾਪ ਖਤਮ ਹੋ ਜਾਣਗੇ ਛਿਨ ਮਾਤਰ ਦੇ ਵਿੱਚ। ਪਾਤਸ਼ਾਹ ਕਹਿੰਦੇ ਹਰ ਹਰ ਜਪਤ ਨਾਹੀ ਸੰਤਾਪ। ਵਾਹਿਗੁਰੂ ਦੇ ਨਾਮ ਨੂੰ ਜਪਣ ਨਾਲ ਸੰਤਾਪ, ਤੁਹਾਨੂੰ ਸੰਤਾਪ ਨਹੀਂ ਲੱਗੇਗਾ। ਐਸਾ ਨਹੀਂ ਵੀ ਗੁਰਮੁਖਾਂ ਦੇ ਜੀਵਨ ਵਿੱਚ ਦੁੱਖ ਸੰਤਾਪ ਨਹੀਂ ਆਉਂਦੇ। ਇੱਕ ਆਪਾਂ ਸ਼ਬਦ ਪੜ੍ਹਦੇ ਹਾਂ ਆਮ ਕਰਕੇ, ਔਖੀ ਘੜੀ ਨਾ ਦੇਖਣ ਦੇਈ, ਆਪਣਾ ਬਿਰਦ ਸੰਭਾਲੇ। ਐਸਾ ਨਹੀਂ ਵੀ ਗੁਰਮੁਖਾਂ ਦੇ ਜੀਵਨ ਵਿੱਚ ਔਖੀ ਘੜੀ ਨਹੀਂ ਆਉਂਦੀ ਹੈ, ਪਰ ਦੇਖਣ ਦਾ ਨਜ਼ਰੀਆ ਬਦਲ ਜਾਂਦਾ ਹੈ। ਜਿਵੇਂ ਅਕਸਰ ਆਪਾਂ ਇਹ ਸਾਂਝ ਪਹਿਲਾਂ ਵੀ ਪਾਈ ਹੈ, ਕਿੰਨੀ ਵੀ ਮੀਂਹ ਪੈ ਰਿਹਾ ਹੋਵੇ, ਜਿਸ ਨੇ ਕਮਾਈ ਕੀਤੀ ਹੈ, ਕਮਾਈ ਕਰਕੇ ਵਧੀਆ ਗੱਡੀ ਲਈ ਹੈ, ਉਹਨੇ ਸਫ਼ਰ ਤੇ ਜਾਣਾ ਹੈ, ਮੀਂਹ ਪਈ ਜਾਵੇ, ਝੱਖੜ ਝੁੱਲੀ ਜਾਵੇ, ਉਹਨੂੰ ਕੀ ਫਰਕ ਹੈ? ਉਹਨੇ ਗੱਡੀ 'ਚ ਬਹਿ ਜਾਣਾ ਆਰਾਮ ਨਾਲ, ਆਪਣੀ ਗੱਡੀ ਚਲਾਈ ਤੇ ਆਰਾਮ ਨਾਲ ਆਪਣੇ ਕੰਮ ਜਿੱਥੇ ਕਰਨ ਜਾਣਾ ਸੀ ਆਪਣੀ ਮੰਜ਼ਿਲ ਤੇ ਪਹੁੰਚ ਜਾਂਦਾ ਹੈ। ਹੁਣ ਕਿੰਨੀ ਸਰਦੀ ਪੈ ਰਹੀ ਹੈ, ਪਈ ਜਾਵੇ ਸਰਦੀ, ਜਿਹਨੇ ਕਮਾਈ ਕੀਤੀ ਹੈ ਉਹ ਵਧੀਆ ਗਰਮ ਕੱਪੜੇ ਲੈ ਕੇ ਪਾ ਲਵੇਗਾ, ਵਧੀਆ ਗਰਮ ਪਦਾਰਥ ਛਕੇਗਾ, ਉਹਨੂੰ ਠੰਡ ਨਹੀਂ ਲੱਗੇਗੀ। ਪਰ ਜਿਹਦੇ ਘਰ ਵਿੱਚ ਆਟਾ ਵੀ ਨਹੀਂ ਹੈ, ਉਹ ਗਰੀਬ ਬੰਦੇ ਨੂੰ ਤਾਂ ਸਰਦੀ ਖਾ ਜਾਵੇਗੀ, ਸਰਦੀ ਦੁਖੀ ਕਰੇਗੀ। ਇਸੇ ਤਰ੍ਹਾਂ ਸਰਦੀ ਤਾਂ ਬਰਾਬਰ ਆਈ ਹੈ, ਸਰਦੀ ਘੱਟ ਨਹੀਂ ਹੈ। ਉਹ ਗਰੀਬ ਦੇ ਅੰਦਰ ਵੀ, ਉਹ ਗਰੀਬ ਦੇ ਜੀਵਨ ਵਿੱਚ ਵੀ ਓਨੀ ਹੈ, ਅਮੀਰ ਦੇ ਜੀਵਨ ਵਿੱਚ ਵੀ ਓਨੀ ਹੈ, ਪਰ ਅਮੀਰ ਨੂੰ ਉਹ ਦੁਖੀ ਨਹੀਂ ਕਰ ਰਹੀ। ਇਸੇ ਤਰ੍ਹਾਂ ਔਖੀ ਘੜੀ ਤਾਂ ਗੁਰਮੁਖਾਂ ਦੇ ਜੀਵਨ ਵਿੱਚ ਵੀ ਆਉਂਦੀ ਹੈ, ਉਹ ਬਰਾਬਰ ਹੀ ਹੈ। ਸੰਸਾਰ ਦੀ ਉਹ ਮਰਿਆਦਾ ਜਿਹੜੀ ਹੈ ਉਹ ਘੱਟ ਨਹੀਂ ਹੈ, ਸਾਰਿਆਂ ਵਾਸਤੇ ਬਰਾਬਰ ਹੈ। ਪਰ ਉਹ ਗੁਰਮੁਖ ਨੂੰ ਉਹ ਔਖੀ ਘੜੀ ਔਖੀ ਨਹੀਂ ਲੱਗਦੀ, ਕਿਉਂਕਿ ਉਹਦੇ ਕੋਲ ਨਾਮ ਹੁੰਦਾ ਹੈ। ਉਹ ਤਾਂ ਆਰੇ ਦੇ ਹੇਠਾਂ ਵੀ ਬੈਠਾ ਹੋਇਆ ਰੱਬ ਦਾ ਸ਼ੁਕਰ ਕਰਦਾ ਹੈ, ਨਾਮ ਜਪਦਾ ਹੈ। ਤੇ ਜਿਹਦੇ ਕੋਲ ਬੰਦਗੀ ਦਾ ਧਨ ਨਹੀਂ, ਉਹ ਕਰੋੜਾਂ ਦੀ ਕੋਠੀ ਵਿੱਚ ਬੈਠਾ ਵੀ ਹਾਏ ਹਾਏ ਕਰਦਾ ਹੈ। ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ, ਪਾਪ ਕਰ ਰਿਹਾ ਹੈ, ਕਰੋੜਾਂ ਦੀ ਕੋਠੀ ਵਿੱਚ ਬੈਠਾ ਵੀ ਹਾਏ ਹਾਏ ਕਰ ਰਿਹਾ ਹੈ, ਜੇ ਬੰਦਗੀ ਦਾ ਧਨ ਕੋਲ ਨਹੀਂ ਹੈ। ਤੋ ਪਾਤਸ਼ਾਹ ਫਰਮਾਨ ਕਰ ਰਹੇ ਨੇ ਹਰ ਹਰ ਜਪਤ ਨਾਹੀ ਸੰਤਾਪ। ਵਾਹਿਗੁਰੂ ਦੇ ਨਾਮ ਨੂੰ ਜਪ ਕੇ ਸੰਤਾਪ ਨਹੀਂ ਚਿੰਬੜਦੇ। ਗੁਰ ਕੇ ਚਰਨ ਕਮਲ ਮਨ ਵਸੇ, ਮਹਾ ਵਿਕਾਰ ਤਨ ਤੇ ਸਭ ਨਸੇ। ਜਿਨ੍ਹਾਂ ਦੇ ਮਨ ਵਿੱਚ ਗੁਰੂ ਦੇ ਚਰਨ ਕਮਲ ਭਾਵ ਗੁਰੂ ਦੇ ਸ਼ਬਦ ਵਸ ਗਏ, ਮਹਾ ਵਿਕਾਰ ਤਨ ਤੇ ਸਭ ਨਸੇ। ਇਹ ਮਹਾ ਵਿਕਾਰ ਆਖਿਆ, ਜਿਹੜੇ 5 ਵਿਕਾਰ ਹਨ, ਇਹ ਸਰੀਰ ਦੇ ਵਿੱਚੋਂ ਦੂਰ ਹੋ ਗਏ, ਨਸ ਗਏ, ਭਾਵ ਇਹਨਾਂ ਦਾ ਜ਼ੋਰ ਨਹੀਂ ਚੱਲਦਾ ਹੁਣ। ਗੋਪਾਲ ਕੋ ਜਸ ਗਾਓ ਪ੍ਰਾਣੀ, ਇਸ ਕਰਕੇ ਭਾਈ ਵਾਹਿਗੁਰੂ ਦੇ ਗੁਣ ਗਾਓ, ਤੁਹਾਨੂੰ ਇਹਦਾ ਲਾਭ ਮਿਲੇਗਾ। ਪਾਤਸ਼ਾਹ ਕਹਿੰਦੇ ਅਕਾਥ ਕਥਾ ਸਾਚੀ ਪ੍ਰਭ ਪੂਰਨ ਜੋਤੀ ਜੋ ਸਮਾਣੀ। ਵਾਹਿਗੁਰੂ ਦੀ ਜਿਹੜੀ ਕਥਾ ਹੈ, ਸਿਫਤ ਸਲਾਹ ਹੈ, ਉਹ ਕਥਨ ਤੋਂ ਬਾਹਰ ਹੈ, ਸੱਚੀ ਹੈ। ਤੇ ਪਾਤਸ਼ਾਹ ਕਹਿੰਦੇ ਜਿਹੜੇ ਉਸ ਵਾਹਿਗੁਰੂ ਨੂੰ ਪਰਮ ਜੋਤੀ ਨੂੰ ਗਾਉਂਦੇ ਨੇ, ਉਹਦਾ ਨਾਮ ਜਪਦੇ ਨੇ, ਉਹਨਾਂ ਦੀ ਜੀਵ ਰੂਪ ਆਤਮਾ ਜੋਤ ਪਰਮ ਜੋਤ ਵਿੱਚ ਏਦਾਂ ਲੀਨ ਹੋ ਜਾਂਦੀ ਹੈ, ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋ ਸਮਾਨਾ। ਮਿਟ ਗਏ ਗਵਨ ਪਾਏ ਵਿਸ਼ਰਾਮ, ਨਾਨਕ ਪ੍ਰਭ ਕੈ ਸਦ ਕੁਰਬਾਨ। ਸੂਰਜ ਕਿਰਨ ਮਿਲੇ ਜਲ ਕਾ, ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਤੀਆ ਰਾਮ। ਜਿਵੇਂ ਜਿਹੜਾ ਪਾਣੀ ਪਹਾੜਾਂ ਦੇ ਵਿੱਚ ਬਰਫ਼ ਬਣ ਚੁੱਕਾ ਸੀ ਨਾ ਸਮੁੰਦਰ ਤੋਂ ਵਿਛੜ ਕੇ, ਜਦੋਂ ਉਹਨੂੰ ਸੂਰਜ ਦੀਆਂ ਕਿਰਨਾਂ ਮਿਲੀਆਂ, ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ। ਉਹ ਜਿਹੜਾ ਪਾਣੀ ਪਹਿਲਾਂ ਬਰਫ਼ ਬਣ ਕੇ ਜੰਮ ਚੁੱਕਾ ਸੀ, ਸੂਰਜ ਦੀਆਂ ਕਿਰਨਾਂ ਮਿਲਦਿਆਂ ਵੀ ਉਹ ਪਿਘਲਣੀ ਸ਼ੁਰੂ ਹੋ ਗਈ ਬਰਫ਼। ਉਹ ਪਾਣੀ ਨੇ ਝਰਨੇ ਦਾ ਰੂਪ ਧਾਰਨ ਕਰ ਲਿਆ। ਹੁਣ ਉਹ ਝਰਨਾ ਅੱਗੇ ਆ ਕੇ ਵੱਡੀ ਨਦੀ ਦਾ ਰੂਪ ਧਾਰਨ ਕਰ ਲਿਆ। ਪਾਣੀ ਜਾ ਕਿੱਥੇ ਰਿਹਾ ਹੈ? ਸਮੁੰਦਰ ਤੋਂ ਵਿਛੜਿਆ ਸੀ, ਸਮੁੰਦਰ ਤੋਂ ਯਾਤਰਾ ਚੱਲੀ, ਪਰ ਪਹਾੜਾਂ ਵਿੱਚ ਆ ਕੇ ਜਦੋਂ ਗਿਰਿਆ ਤਾਂ ਬਰਫ਼ ਬਣ ਗਈ। ਪਰ ਜਦੋਂ ਮੁੜ ਕੇ ਉਹਨੂੰ ਸੂਰਜ ਦੀਆਂ ਕਿਰਨਾਂ ਮਿਲੀਆਂ, ਉਹੀ ਬਰਫ਼ ਪਿਘਲ ਕੇ ਪਾਣੀ ਬਣਿਆ, ਝਰਨਾ ਬਣਿਆ, ਵੱਡੀ ਨਦੀ ਬਣਿਆ, ਤੇ ਮੁੜ ਕੇ ਯਾਤਰਾ ਸਮੁੰਦਰ ਵਿੱਚ ਜਾ ਕੇ ਜਿੰਨੀਆਂ ਵੀ ਨਦੀਆਂ ਨੇ ਵਰਲਦੀਆਂ ਸਮੁੰਦਰ ਵਿੱਚ ਗਿਰਦੀਆਂ ਨੇ।
ਇਸੇ ਤਰ੍ਹਾਂ ਅਸੀਂ ਵਾਹਿਗੁਰੂ ਤੋਂ ਵਿਛੜ ਕੇ ਨਾ ਸਾਡਾ ਜਿਹੜੀ ਆਤਮਾ ਹੈ ਉਹ ਕਠੋਰ ਹੋ ਜਾਂਦੀ ਹੈ, ਸਖਤ ਹੋ ਜਾਂਦੀ, ਵਿਕਾਰਾਂ ਵਿੱਚ ਫਸ ਕੇ। ਵਿਕਾਰਾਂ ਦੇ ਕੋਰੇ ਨਾਲ ਆਤਮਾ ਸਖਤ ਹੋ ਜਾਂਦੀ ਹੈ, ਅੱਗੇ ਚੱਲ ਨਹੀਂ ਸਕਦੀ। ਪਰ ਜਦੋਂ ਆਤਮਾ ਗੁਰੂ ਦੇ ਸ਼ਬਦ ਨਾਲ ਜੁੜੀ, ਸ਼ਬਦ ਦੀਆਂ ਕਿਰਨਾਂ ਪਈਆਂ ਨਾ, ਤੇ ਸ਼ਬਦ ਦੇ ਅਭਿਆਸ ਦੇ ਨਾਲ ਆਤਮਾ ਪਿਘਲਣ ਲੱਗ ਪਈ। ਸੁਖਮਨੀ ਸਾਹਿਬ ਜੀ ਦਾ ਹੀ ਆਪਾਂ ਪਾਠ ਕਰਦੇ ਹਾਂ, ਸਾਨੂੰ ਵੀ ਕਾਫੀ ਟਾਈਮ ਹੋ ਗਿਆ, ਆਪਾਂ ਸਾਰੇ ਪੜ੍ਹਦੇ ਹੀ ਹਾਂ, ਪਰ ਸਾਡੇ ਤੇ ਅਸਰ ਕੋਈ ਨਹੀਂ ਹੋਇਆ। ਇੱਕ ਬਚਨ ਆਉਂਦਾ ਮਹਾਰਾਜ ਜੀ ਦਾ ਸੁਖਮਨੀ ਸਾਹਿਬ ਜੀ ਦੇ ਵਿੱਚ, ਅਨਕ ਯਤਨ ਕਰ ਆਤਮ ਨੀ ਦਰਵੈ। ਉਹ ਬੜੇ ਯਤਨ ਕੀਤੇ, ਆਤਮਾ ਨਿੰਦਿਆ ਚੁਗਲੀ ਇਹਨਾਂ ਵਿਕਾਰਾਂ ਵਿੱਚ ਫਸੀ, ਨਿਕਲਦੀ ਨਹੀਂ ਪਈ। ਬਰਫ਼ ਉਸੇ ਤਰ੍ਹਾਂ ਹੀ ਬਣੀ ਪਈ ਹੈ, ਜਕੜੀ ਪਈ ਬਿਲਕੁਲ। ਇੰਨਾ ਚਿਰ ਸੁਖਮਨੀ ਸਾਹਿਬ ਪੜ੍ਹਿਆ, ਇੰਨਾ ਜਪਜੀ ਸਾਹਿਬ ਪੜ੍ਹਿਆ, ਬਾਣੀ ਤੇ ਬੜੀ ਪੜ੍ਹੀ ਹੈ, ਪਰ ਸਾਡੇ ਤੇ ਅਸਰ ਕੋਈ ਨਹੀਂ ਹੋਇਆ। ਅਨਕ ਯਤਨ ਕਰ, ਉਹ ਕਿਹੜੇ ਯਤਨ ਕੀਤੇ? ਜਾਪ ਤਾਪ ਗਿਆਨ ਸਭ ਧਿਆਨ, ਖਟ ਸ਼ਾਸਤਰ ਸਿਮਰਤ ਵਖਿਆਨ, ਜੋਗ ਅਭਿਆਸ ਕਰਮ ਧਰਮ ਕਿਰਿਆ, ਸਗਲ ਤਿਆਗ ਬਨ ਮੱਧੇ ਫਿਰਿਆ। ਸਾਰਿਆਂ ਨੂੰ ਛੱਡ ਗਿਆ, ਜੰਗਲ ਗਾਹ ਮਾਰੇ ਸਾਰੇ, ਸਗਲ ਤਿਆਗ ਬਨ ਮੱਧੇ ਫਿਰਿਆ। ਅਨਕ ਯਤਨ ਕਰ, ਮਹਾਰਾਜ ਕਹਿੰਦੇ ਆਤਮ ਨਹੀਂ ਦਰਵੈ। ਬੜੇ ਸਾਰੇ ਕਿੰਨੇ ਯਤਨ ਉੱਥੇ ਦੱਸੇ ਨੇ ਮਹਾਰਾਜ ਜੀ ਨੇ ਕੀਤੇ, ਪਰ ਆਤਮਾ ਦਰਵ ਨਹੀਂ ਹੋਈ। ਦਰਵ ਦਾ ਅਰਥ ਪਿਘਲ ਜਾਣਾ। ਅਨਕ ਯਤਨ ਕਰ ਆਤਮ ਨੀ ਦਰਵੈ, ਹਰ ਦਰਗਹਿ ਕੋ ਕੈਸੇ ਗਵੈ। ਉਹ ਦੱਸੋ ਆਤਮਾ ਕਿਵੇਂ ਪਰਮਾਤਮਾ ਵਿੱਚ ਲੀਨ ਹੋਵੇਗੀ, ਜਦ ਉਹ ਜਿਹੜਾ ਯਤਨ ਕਰਨਾ ਸੀ ਉਹ ਕੀਤਾ ਨਹੀਂ। ਜੇਕਰ ਉਹਨੂੰ ਤਪਸ਼ ਮਿਲਦੀ ਤਾਂ ਉਹ ਆਤਮਾ ਪਿਘਲ ਜਾਂਦੀ। ਉਹ ਤਪਸ਼ ਕੀ ਹੈ? ਵਾਹਿਗੁਰੂ ਦੇ ਨਾਮ ਦਾ ਅਭਿਆਸ, ਗੁਰੂ ਦੇ ਸ਼ਬਦ ਦਾ ਅਭਿਆਸ। ਮਹਾਰਾਜ ਕਹਿੰਦੇ ਜਿਨ੍ਹਾਂ ਦੇ ਮਨ ਵਿੱਚ ਗੁਰੂ ਦੇ ਸ਼ਬਦ ਵਸ ਗਏ ਨਾ, ਮਹਾਵਿਕਾਰ ਤਨ ਤੇ ਸਭ ਨਸੇ। ਵਾਹਿਗੁਰੂ ਪਰਮਾਤਮਾ ਦੇ ਜਸ ਨੂੰ ਗਾਓ, ਗੋਪਾਲ ਕੋ ਜਸ ਗਾਓ ਪ੍ਰਾਣੀ, ਅਕਥ ਕਥਾ ਸਾਚੀ ਪ੍ਰਪੂਰਨ, ਜੋਤੀ ਜੋ ਸਮਾਣੀ। सूरज किरण मिले जल का, जल हुआ राम ज्योति, जोत रली संपूर्ण थिया राम। फिर की हो गया? ब्रह्म दिसै ब्रह्म सुनिए, एक एक वखानी है, आत्म पसारा करण हारा, प्रभ बिना नहीं जानी। पता लग गया सारे पासे ब्रह्म ही ब्रह्म है। ब्रह्म दिसै सारे पासे, समुंदर ही समुंदर है। जो पानी नदी जाके मिल गई ना, ते पानी ने वेख्या सारे पासे पानी ही पानी है, समुंदर ही समुंदर है। ਜਦੋਂ ਆਤਮਾ ਪਰਮਾਤਮਾ ਵਿੱਚ ਲੀਨ ਹੋ ਗਈ, ਸਾਰੇ ਪਾਸੇ ਬ੍ਰਹਮ ਹੀ ਬ੍ਰਹਮ ਦਿਖਾਈ ਦੇਣ ਲੱਗ ਪਿਆ। ਆਪ ਕਰਤਾ ਆਪ ਭੁਗਤਾ, ਆਪ ਕਾਰਨ ਕੀਆ, ਬਿਨਵੰਤ ਨਾਨਕ ਸਹੀ ਜਾਣੈ, ਜਿਨੀ ਹਰ ਰਸ ਪੀਆ। ਪਤਾ ਲੱਗ ਗਿਆ ਸੰਸਾਰ ਦਾ ਕਰਤਾ ਧਰਤਾ ਉਹ ਰੱਬ ਆਪ ਹੀ ਹੈ, ਤੇ ਗੁਰਮੁਖ ਜਿਨ੍ਹਾਂ ਦੇ ਉੱਪਰ ਕਿਰਪਾ ਹੋਈ ਉਹਨਾਂ ਨੇ ਫਿਰ ਨਾਮ ਰਸ ਨੂੰ ਪੀਤਾ ਹੈ। ਮਹਾਰਾਜ ਅੱਗੇ ਫਰਮਾਨ ਕਰਦੇ ਨੇ, ਰਹਾਓ ਤ੍ਰਿਸ਼ਨਾ ਭੂਖ ਸਭ ਵਿਨਾਸੀ, ਸੰਤ ਪ੍ਰਸਾਦ ਜਪਿਆ ਅਵਿਨਾਸੀ। ਇੱਥੇ ਸੰਤ ਦੇ ਅਰਥ ਨੇ ਗੁਰੂ। ਗੁਰੂ ਦੀ ਕਿਰਪਾ ਨਾਲ ਜਦੋਂ ਅਵਿਨਾਸੀ ਵਾਹਿਗੁਰੂ ਨੂੰ ਜਪਿਆ, ਤ੍ਰਿਸ਼ਨਾ ਭੂਖ ਸਭ ਨਾਸੀ। ਤ੍ਰਿਸ਼ਨਾ ਕਿਹੜੀ ਹੈ? ਅੱਖੀਂ ਦੇਖਣਾ ਰੱਜੀਆਂ ਬੋ ਰੰਗ ਤਮਾਸ਼ੇ। ਮਾਫ ਕਰਨਾ, ਆਪਾਂ ਨੂੰ ਬਾਣੀ ਪੜ੍ਹਦੇ ਆ ਕਿੰਨਾ ਸਮਾਂ ਹੋ ਗਿਆ ਹੈ, ਸਾਡੀਆਂ ਅੱਖਾਂ ਰੱਜ ਗਈਆਂ ਨੇ, ਸਾਡੇ ਕੰਨ ਰੱਜ ਗਏ ਨੇ ਨਿੰਦਿਆ ਚੁਗਲੀ ਵੱਲੋਂ। ਇੰਨਾ ਆਪਾਂ ਕਥਾ ਵਿੱਚ ਸਾਡੇ ਕੰਨ ਨਹੀਂ ਜੁੜਦੇ ਧਿਆਨ, ਜਿੰਨਾ ਕੋਈ ਨਿੰਦਾ ਚੁਗਲੀ ਕਰੇ ਤੇ ਉੱਥੇ ਬੜੇ ਧਿਆਨ ਨਾਲ ਸੁਣਦੇ ਹਾਂ। ਆਪਾਂ ਨੂੰ ਤਾਂ ਹੁਕਮਨਾਮਾ ਕੋਈ ਪੁੱਛ ਲੇ ਵੀ ਬਾਹਰ ਨਿਕਲਦਿਆਂ ਕਿਹੜਾ ਹੈ, ਤੇ ਉਹ ਵੀ ਭੁੱਲ ਜਾਂਦਾ ਹੈ। ਕਿਉਂ ਨਹੀਂ ਉਹ ਯਾਦ ਰਹਿੰਦਾ? ਕਿਉਂਕਿ ਧਿਆਨ ਨਹੀਂ ਹੈ। ਤੇ ਨਿੰਦਿਆ ਚੁਗਲੀ ਕਿਸੇ ਨੇ ਭਾਵੇਂ 10 ਸਾਲ ਪਹਿਲਾਂ ਕੀਤੀ ਹੋਵੇ, ਉਹ ਗੱਲ ਵੀ ਯਾਦ ਨਹੀਂ। ਹਾਂ, ਉਹ ਫਲਾਣੇ ਦੀ ਗੱਲ ਤੁਸੀਂ ਕੀਤੀ ਸੀ। ਕਿਉਂ ਸੀ ਉਹ ਯਾਦ? ਕਿਉਂਕਿ ਉਹਦੇ ਵਿੱਚ ਸਾਡਾ ਧਿਆਨ ਪੂਰਾ ਸੀ। ਜਦੋਂ ਆਪਾਂ ਜਿਨ੍ਹਾਂ ਕਈ ਵੀਰ ਮਿਲਦੇ ਨੇ, ਕਈ ਬੀਬੀਆਂ ਵੀ ਕਹਿੰਦੇ ਬਈ ਵੀਰ ਜੀ ਬਾਣੀ ਕੰਠ ਨਹੀਂ ਹੁੰਦੀ। ਬਾਣੀ ਕੰਠ ਕਿਉਂ ਨਹੀਂ ਹੁੰਦੀ? ਕਿਉਂਕਿ ਅਸੀਂ ਧਿਆਨ ਨਹੀਂ ਦਿੰਦੇ। ਸਾਰੀ ਗੱਲ ਧਿਆਨ ਦੀ ਹੈ। ਜਦੋਂ ਆਪਾਂ ਧਿਆਨ ਦੇਵਾਂਗੇ ਨਾ, ਤਾਂ ਸਾਨੂੰ ਬਾਣੀ ਕੰਠ ਹੋਣ ਲੱਗ ਜਾਵੇਗੀ। ਜਦੋਂ ਤੱਕ ਸਾਡਾ ਧਿਆਨ ਨਹੀਂ, ਉਦੋਂ ਤੱਕ ਭਾਵੇਂ ਜਿੰਨੀ ਮਰਜ਼ੀ ਬਾਣੀ ਆਪਾਂ ਕੰਠ ਕਰਨ ਦਾ ਯਤਨ ਵੀ ਕਰਾਂਗੇ, ਨਹੀਂ ਹੋਵੇਗੀ। ਜਦੋਂ ਧਿਆਨ ਨਾਲ ਪੜਾਂਗੇ ਤਾਂ ਬਾਣੀ ਫਿਰ ਕੰਠ ਹੋਵੇਗੀ, ਸਾਡਾ ਮਨ ਜੁੜੇਗਾ। ਤੋ ਪਾਤਸ਼ਾਹ ਫਰਮਾਨ ਕਰਦੇ ਨੇ, ਜਿਨ੍ਹਾਂ ਨੇ ਨਾਮ ਜਪਿਆ ਨਾ ਗੁਰੂ ਦੀ ਮੱਤ ਲੈ ਕੇ, ਉਹਨਾਂ ਦੀ ਸਭ ਤ੍ਰਿਸ਼ਨਾ ਭੂਖ ਸਭ ਨਾਸੀ। ਮਨ ਦੀ ਭੁੱਖ ਖਤਮ ਹੋ ਗਈ, ਅੱਖਾਂ ਤ੍ਰਿਵਤ ਹੋ ਗਈਆਂ। ਹਰ ਅੰਮ੍ਰਿਤ ਭਿੰਨੇ ਲੋਏ ਨਾ, ਉਹ ਅੱਖਾਂ ਫਿਰ ਅੰਮ੍ਰਿਤ ਨਾਲ ਭਰ ਜਾਂਦੀਆਂ ਨੇ।
ਉਹ ਕੰਨ ਵੀ ਅੰਮ੍ਰਿਤ ਨਾਲ ਭਰ ਜਾਂਦੇ ਨੇ। ਬਲਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਸਾਡੇ ਸਰੀਰ ਦੇ ਅੰਦਰ ਜੋਗ ਮਤ ਨੇ, 72,000 ਨਾੜੀਆਂ ਮੰਨੀਆਂ ਨੇ, ਉਹਨਾਂ ਵਿੱਚ ਵੀ ਅੰਮ੍ਰਿਤ ਚੱਲ ਪੈਂਦਾ ਹੈ। 70 ਦੋਏ ਭਰੇ ਅੰਮ੍ਰਿਤ ਸਰ, ਬਿਖ ਕੋ ਮਾਰ ਕਢਾਵੋ ਪਾਛੈ ਬੋਰ ਨਾ ਆਵਣ ਪਾਓ। 70 ਦੋਏ, 70 ਤੇ 2 72,000 ਨਾੜੀਆਂ ਬਰੀਕ ਸੂਖਸ਼ਮ, ਇਹ ਸਾਰੀਆਂ ਮੰਨੀਆਂ ਗਈਆਂ ਨੇ। ਕਹਿੰਦੇ ਜਦੋਂ ਤੁਸੀਂ ਧਿਆਨ ਨਾਲ ਨਾਮ ਜਪਿਆ, ਉਹਨਾਂ ਵਿੱਚ ਨਾਮ ਦਾ ਅੰਮ੍ਰਿਤ ਚੱਲ ਪਿਆ। ਰੋਮ ਰੋਮ ਉਹਨੂੰ ਕਿਹਾ, ਗੁਰਮੁਖ ਰੋਮ ਰੋਮ ਹਰ ਧਿਆਵੈ। ਤੋਂ ਪਾਤਸ਼ਾਹ ਫਰਮਾਨ ਕਰਦੇ ਨੇ, ਰੈਣ ਦਿਨਸ ਪ੍ਰਭ ਸੇਵ ਕਮਾਨੀ। ਦਿਨ ਰਾਤ ਫਿਰ ਹੁਣ ਵਾਹਿਗੁਰੂ ਦੀ ਸੇਵਾ ਕਮਾਈ ਕਿਹੜੀ, ਨਾਮ ਜਪਣ ਵਿੱਚ ਲੱਗੇ। ਹੁਣ ਬਸ ਇੱਕ ਵਾਰੀ ਉਹ ਅਵਸਥਾ ਪ੍ਰਾਪਤ ਹੋ ਜਾਵੇ, ਫਿਰ ਗੁਰਮੁਖ ਮਹਾਰਾਜ ਕਹਿੰਦੇ ਕਿਆ ਸਵਣਾ ਕਿਆ ਜਾਗਣਾ, ਗੁਰਮੁਖ ਤੇ ਪ੍ਰਵਾਨ। ਉਹਨਾਂ ਦਾ ਸੁੱਤਾ ਜਾਗਣਾ ਸਭ ਬਰਾਬਰ ਹੋ ਜਾਂਦਾ ਹੈ। ਹਰ ਸਮੇਂ ਨਾਮ ਵਿੱਚ ਸੁਰਤ ਚੱਲ ਪੈਂਦੀ ਹੈ। ਹਰ ਮਿਲਣਾ ਕਿ ਇਹ ਨਿਸ਼ਾਨੀ, ਇਹ ਸਮਝ ਲਓ ਨਿਸ਼ਾਨੀ ਹੈ। ਜਿਨ੍ਹਾਂ ਦੇ ਹਿਰਦੇ ਵਿੱਚ ਰੋਮ ਰੋਮ ਵਿੱਚ ਰੱਬ ਚੱਲ ਗਿਆ ਨਾਮ, ਉਹ ਸਮਝ ਲਓ ਰੱਬ ਨੂੰ ਮਿਲੇ ਹੋਏ ਨੇ। ਤੇ ਜੇਕਰ ਕੋਈ ਉਂਝ ਕਹਿੰਦਾ ਵੀ ਬੜਾ ਆਨੰਦ ਆਇਆ ਅੱਜ, ਤੇ ਆਨੰਦ ਨਹੀਂ ਆਇਆ, ਉਹ ਸਿਰਫ ਕੰਨਾਂ ਦਾ ਰਸ ਸੀ। ਕਿਉਂਕਿ ਆਨੰਦ ਆਏਗਾ ਤੇ ਆਨੰਦ ਆ ਕੇ ਕਦੇ ਜਾਵੇਗਾ ਨਹੀਂ, ਉਹ ਤੇ ਆਰਿਆਂ ਹੇਠਾਂ ਵੀ ਮੌਜੂਦ ਰਹੇਗਾ, ਉਬਲਦੀ ਦੇਗ ਵਿੱਚ ਵੀ ਰਹੇਗਾ। ਸਾਹਿਬਜ਼ਾਦੇ ਨੀਹਾਂ ਵਿੱਚ ਚਿਣੇ ਗਏ, ਉੱਥੇ ਵੀ ਆਨੰਦ ਬਰਕਰਾਰ ਸੀ। ਪਰ ਜਿਹੜਾ ਆਪਾਂ ਨੂੰ ਇਹ ਕੰਨ ਰਸ ਹੁੰਦਾ, ਕੰਨ ਰਸ ਸਦਾ ਨਹੀਂ ਰਹਿੰਦਾ ਹੁੰਦਾ, ਭਾਵੇਂ ਉਹ ਕਥਾ ਸੁਣ ਕੇ ਆਵੇ, ਭਾਵੇਂ ਕੀਰਤਨ ਸੁਣ ਕੇ ਆਵੇ। ਕਿਉਂਕਿ ਮਹਾਰਾਜ ਕਹਿੰਦੇ ਆਨੰਦ ਆਨੰਦ ਸਭ ਕੋ ਕਹਿ, ਆਨੰਦ ਗੁਰੂ ਤੇ ਜਾਣਿਆ। ਆਪਾਂ ਤਾਂ ਥੋੜਾ ਜਿਹਾ ਕੋਈ ਭੋਜਨ ਵਧੀਆ ਛਕ ਲਿਆ, ਆਪਾਂ ਕਹਿੰਦੇ ਆਨੰਦ ਆ ਗਿਆ। ਇਹ ਆਨੰਦ ਨਹੀਂ ਹੈ, ਇਹ ਤਾਂ ਇੱਕ ਰਸ ਹੁੰਦਾ, ਇੱਕ ਸਵਾਦ ਹੁੰਦਾ ਹੈ, ਉਹ ਕੁਝ ਸਮੇਂ ਵਾਸਤੇ ਹੁੰਦਾ ਹੈ। ਤੋ ਪਾਤਸ਼ਾਹ ਕਹਿੰਦੇ ਨਿਸ਼ਾਨੀ ਸਮਝ ਲਓ, ਜੇ ਕੋਈ ਕਹੇ ਵੀ ਅੱਜ ਮੈਨੂੰ ਰੱਬ ਮਿਲ ਗਿਆ, ਤਾਂ ਇਹ ਕੋਈ ਝੂਠਾ ਪਖੰਡ ਕਰ ਰਿਹਾ ਹੈ। ਮਿਲੇ ਹੋਏ ਦੀ ਨਿਸ਼ਾਨੀ ਕੀ ਹੈ ਕਿ ਦਿਨ ਰਾਤ ਉਹਦਾ ਰੋਮ ਰੋਮ ਵਾਹਿਗੁਰੂ ਨੂੰ ਜਪਣ ਲੱਗ ਜਾਂਦਾ ਹੈ। ਮਿਟੇ ਜੰਜਾਲ ਹੋਏ ਪ੍ਰਭ ਦਿਆਲ, ਵਾਹਿਗੁਰੂ ਜੀ ਦਿਆਲੂ ਹੋ ਗਏ ਜਿਨ੍ਹਾਂ ਨੇ ਨਾਮ ਜਪਿਆ। ਫਿਰ ਕੀ ਹੋਇਆ, ਸਾਰੇ ਜੰਜਾਲ ਮਿਟ ਗਏ। ਸਰੀਰ ਨੂੰ ਜੰਜਾਲ ਛੱਡਣ ਵਾਸਤੇ ਗੁਰਬਾਣੀ ਵਿੱਚ ਕਿਤੇ ਵੀ ਨਹੀਂ ਆਖਿਆ, ਪਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਮਨ ਜੰਜਾਲ ਨਾ ਛੋੜਈ, ਜਮ ਦੀਆ ਦਮਾਮਾ ਆਏ। ਮਨ ਨਹੀਂ ਜੰਜਾਲ ਛੱਡਦਾ, ਸਰੀਰ ਇੰਨਾ ਜੰਜਾਲ ਕਰਦਾ ਵੀ ਨਹੀਂ ਹੈ, ਸਰੀਰ ਇੰਨਾ ਧੰਦਾ ਕਰਦਾ ਵੀ ਥੱਕ ਜਾਂਦਾ ਹੈ ਤੇ ਫਿਰ ਇਹ ਛੱਡ ਦਿੰਦਾ ਹੈ ਆਪਣੇ ਆਪ ਹੀ। ਪਰ ਮਨ ਤਾਂ ਸੁੱਤਾ ਹੋਇਆ ਵੀ ਜੰਜਾਲ ਕਰੀ ਜਾਂਦਾ ਹੈ, ਸੁਪਨੇ ਦੇ ਵਿੱਚ ਵੀ ਪਤਾ ਨਹੀਂ ਕੀ ਕੁਝ ਕਰੀ ਜਾਂਦਾ ਹੈ, ਕੰਮ ਵਿਹਾਰ ਕਰੀ ਜਾਂਦਾ ਹੈ। ਸਰੀਰ ਤਾਂ ਛੱਡ ਦਿੰਦਾ ਹੈ, ਸਮੇਂ ਦੇ ਮੁਤਾਬਕ 10-12 ਘੰਟੇ ਬੰਦਾ ਕੰਮ ਕਰ ਲਏਗਾ, 15 ਘੰਟੇ ਕਰ ਲਏਗਾ, ਆਖਰ ਥੱਕ ਜਾਵੇਗਾ। ਪਰ ਇਹ ਮਨ ਜੰਜਾਲ ਨਹੀਂ ਛੱਡਦਾ, ਦਿਨ ਰਾਤ ਲੱਗਾ ਹੀ ਰਹਿੰਦਾ ਹੈ। ਤੋ ਪਾਤਸ਼ਾਹ ਫਰਮਾਨ ਕਰਦੇ ਨੇ, ਜਦੋਂ ਵਾਹਿਗੁਰੂ ਦਾ ਨਾਮ ਜਪਣਾ ਸ਼ੁਰੂ ਕਰਤਾ, ਮਨ ਦੇ ਜੰਜਾਲ ਮਿਟ ਗਏ। ਜਿਵੇਂ ਭਗਤ ਨਾਮਦੇਵ ਜੀ ਜਦੋਂ ਆਪਣਾ ਕਾਰ ਵਿਹਾਰ ਕਰ ਰਹੇ ਸੀ ਨਾ, ਤਾਂ ਉਹਨਾਂ ਨੂੰ ਤਰਲੋਚਨ ਜੀ ਮਿਲਣ ਵਾਸਤੇ ਆਏ ਤੇ ਤਰਲੋਚਨ ਨੇ ਵੇਖਿਆ ਕਿ ਭਗਤ ਨਾਮਦੇਵ ਜੀ ਕੰਮ ਵਿੱਚ ਮਸ਼ਰੂਫ ਹਨ ਤੇ ਮਿਹਣਾ ਮਾਰਿਆ। ਨਾਮਾ ਮਾਇਆ ਮੋਇਆ ਕਹਿ ਤਿਲੋਚਨ ਮੀਤ ਕਾਏ, ਛੀਪੋ ਛਾਏ ਲੈ ਰਾਮ ਨਾ ਲਾਵੋ ਚੀਤ। ਤਾਂ ਭਗਤ ਨਾਮਦੇਵ ਜੀ ਨੇ ਉੱਤਰ ਦਿੱਤਾ, ਮਿੱਤਰਾ ਗੱਲ ਇਹ ਹੈ ਕਿ ਕਹਿੰਦੇ ਵਾਹਿਗੁਰੂ ਪਰਮਾਤਮਾ ਦਾ ਨਾਮ ਸਾਡਾ ਮਨ ਜਪਣਾ ਚਾਹੀਦਾ ਹੈ, ਸਰੀਰ ਨੇ ਧੰਦਾ ਕਰਨਾ ਉਹਨੂੰ ਕਰਨਾ ਚਾਹੀਦਾ ਹੈ। ਤਾਂ ਨਾਮਾ ਕਹਿ ਤਿਲੋਚਨਾ ਮੁਖ ਤੇ ਰਾਮ ਸਮਾਲ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਤੋ ਪਾਤਸ਼ਾਹ ਫਰਮਾਨ ਕਰਦੇ ਨੇ ਇਸ ਤਰ੍ਹਾਂ ਜਿਨ੍ਹਾਂ ਦਾ ਮਨ ਜੰਜਾਲ ਵਿੱਚੋਂ ਨਿਕਲ ਗਿਆ, ਉਹ ਤਾਂ ਕੋਈ ਵੀ ਕਾਰ ਵਿਹਾਰ ਕਰਦੇ ਨੇ, ਉੱਥੇ ਬੈਠਿਆਂ ਵੀ ਉਹ ਵਾਹਿਗੁਰੂ ਨੂੰ ਜਪੀ ਜਾਂਦੇ ਨੇ। ਕਿਉਂਕਿ ਕਿਰਤਤਾ ਕਰਨ ਵਾਸਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਵੀ ਆਖਿਆ ਹੈ। ਵੇਖੋ ਗੁਰੂ ਨਾਨਕ ਪਾਤਸ਼ਾਹ ਜੀ ਦੇ ਜੀਵਨ ਤੋਂ ਸਾਨੂੰ ਸਾਰੀ ਜੁਗਤੀ ਮਿਲ ਜਾਂਦੀ ਹੈ। ਕੱਲ ਵੀ ਸ਼ਾਇਦ ਆਪਾਂ ਸਾਂਝ ਪਾਈ ਸੀ, ਮਹਾਰਾਜ ਨੇ ਹੱਥ ਵਿੱਚ ਸੋਟਾ ਪਕੜਿਆ ਸੀ, ਉਹਦਾ ਵੀ ਕੋਈ ਕਾਰਨ ਸੀ। ਕੋਈ ਲਿਬਾਸ ਪਹਿਨਿਆ ਉਦਾਸੀਆਂ ਵਿੱਚ, ਉਹਦਾ ਵੀ ਕੋਈ ਕਾਰਨ ਸੀ। ਖੇਤੀ ਕੀਤੀ, ਦੁਕਾਨਦਾਰੀ ਕੀਤੀ, ਪਸ਼ੂ ਚਾਰੇ, ਉਹ ਸਾਨੂੰ ਮਹਾਰਾਜ ਜੀ ਨੇ ਇੱਕ ਉਪਦੇਸ਼ ਦਿੱਤਾ ਹੈ। ਤੋ ਪਾਤਸ਼ਾਹ ਕਹਿੰਦੇ ਜੰਜਾਲ ਮਿਟ ਗਏ, ਗੁਰ ਕਾ ਦਰਸ਼ਨ ਦੇਖ ਨਿਹਾਲ। ਐਸੀ ਅਵਸਥਾ ਵਾਲਾ ਜਦੋਂ ਆ ਕੇ
ਗੁਰੂ ਦਾ ਦਰਸ਼ਨ ਕਰਦਾ ਹੈ ਤੇ ਨਿਹਾਲ ਹੋ ਜਾਂਦਾ ਹੈ। ਆਪਾਂ ਰੋਜ਼ ਹੀ ਕਰਦੇ ਹਾਂ, ਕੀ ਨਿਹਾਲ ਹੋਏ ਆ? ਨਿਹਾਲ ਨਹੀਂ ਹੋਏ। ਅੰਦਰ ਸੱਚਾ ਨੇਹੋ ਲਾਇਆ ਪ੍ਰੀਤਮ ਆਪਣੇ, ਤਨ ਮਨ ਹੋਏ ਨਿਹਾਲ ਜਾ ਗੁਰ ਦੇਖਾਂ ਸਾਹਮਣੇ। ਹੁਣ ਨਿਹਾਲ ਹੋਣਾ ਕੀ ਹੈ, ਇਹ ਕਦੀ ਫੇਰ ਆਪਾਂ ਭੇਦ ਖੋਲਾਂਗੇ। ਸਮੇਂ ਦੀ ਸਮਾਪਤੀ ਹੈ। ਪਾਤਸ਼ਾਹ ਕਹਿੰਦੇ ਪਰਾ ਪੂਰਬਲਾ ਕਰਮ ਬਣ ਆਇਆ, ਪਰਾ ਪੂਰਬਲਾ ਕਰਮ ਬਣ ਆਇਆ। ਤਿੰਨ ਤਰ੍ਹਾਂ ਕਰਕੇ ਮਨੁੱਖ ਰੱਬ ਨਾਲ ਜੁੜਦਾ ਹੈ। ਇੱਕ ਤਾਂ ਕਿਸੇ ਜੀਵ ਦਾ ਪੂਰਬਲਾ ਕਰਮ ਚੰਗਾ ਹੋਵੇ, ਜਿਹੜਾ ਇੱਥੇ ਮਹਾਰਾਜ ਦੱਸਦੇ ਨੇ ਪੂਰਬਲੇ ਕਰਮਾਂ ਦੀ। ਹੁਣ ਪੂਰਬਲੇ ਇੱਕ ਤਾਂ ਸਾਡੇ ਪਿਛਲੇ ਜਨਮਾਂ ਦੇ ਹੁੰਦੇ ਨੇ, ਇੱਕ ਪੂਰਬਲਾ ਕਰਮ ਕਿਹੜਾ ਹੈ? ਜਿਹੜਾ ਆਪਾਂ ਕੱਲ ਕੀਤਾ। ਜੇ ਕੱਲ ਜਪਜੀ ਸਾਹਿਬ ਪੜਿਆ ਸੀ, ਉਹ ਅੱਜ ਫਲ ਦੇਵੇਗਾ ਜ਼ਰੂਰ। ਉਹਨੇ ਅੱਗੇ ਆ ਕੇ ਪੂਰਬਲਾ ਕਰਮ ਬਣ ਜਾਣਾ ਹੈ। ਜੋ ਆਪਾਂ ਪਿਛਲੇ ਸਾਲਾਂ ਵਿੱਚ ਕਰਦੇ ਆਏ ਆ ਨਾ, ਭਾਵੇਂ ਚੰਗੇ ਕਰਮ ਭਾਵੇਂ ਮਾੜੇ, ਪੂਰਬਲਾ ਮੈਨੇ ਜਿਹੜਾ ਸਮਾਂ ਬੀਤ ਚੁੱਕਾ ਹੈ, ਜੋ ਪਿਛਲੇ ਜਨਮਾਂ ਦਾ ਵੀ ਹੈ, ਉਹ ਇਸ ਜਨਮ ਦਾ ਵੀ ਹੈ। ਜੋ ਆਪਾਂ ਹੁਣ ਕਰ ਰਹੇ ਹਾਂ, ਇਹਨੇ ਕੱਲ ਨੂੰ ਪੂਰਬਲਾ ਕਰਮ ਬਣ ਜਾਣਾ ਹੈ। ਤੋ ਪਾਤਸ਼ਾਹ ਕਹਿੰਦੇ ਇੱਕ ਤਾਂ ਪੂਰਬਲਾ ਕਰਮ ਹੁੰਦਾ ਹੈ। ਪੂਰਵ ਕਰਮ ਅੰਕੁਰ ਜਬ ਪ੍ਰਗਟੇ ਭੇਟਿਓ, ਪੁਰਖ ਰਸਕ ਬੈਰਾਗੀ ਮਿਟਿਓ ਅੰਧੇਰ, ਮਿਲਤ ਹਰਿ ਨਾਨਕ ਜਨਮ ਜਨਮ ਕੀ ਸੋਈ ਜਾਗੀ। ਇੱਕ ਬੱਚਾ ਅੱਜ ਪੜ੍ਹ ਰਿਹਾ ਹੈ, 20 ਸਾਲਾਂ ਤੱਕ ਜੇ ਉਹ ਪੜ੍ਹਦਾ ਰਿਹਾ, ਇਹ ਕੀਤੀ ਹੋਈ ਪੜ੍ਹਾਈ ਨੇ ਉਹਨੂੰ ਪੂਰਬਲਾ ਕਰਮ ਬਣ ਕੇ ਮਿਲਣਾ। ਉਹਨੂੰ ਕੋਈ ਉੱਚੀ ਪਦਵੀ ਮਿਲੇਗੀ, ਕੋਈ ਨੌਕਰੀ ਮਿਲੇਗੀ। ਕੋਈ ਵੀ ਉਹਨੇ ਅਭਿਆਸ ਕੀਤਾ ਹੈ, ਕੋਈ ਵੀ ਬੰਦਾ ਕਿਸੇ ਵੀ ਤਰ੍ਹਾਂ ਅਭਿਆਸ ਕਰਦਾ ਹੈ, ਉਹ ਪੂਰਬਲਾ ਕਰਮ ਬਣ ਕੇ ਅੱਗੇ ਆ ਕੇ ਫਲ ਦਿੰਦਾ ਹੈ। ਜੇ ਆਪਾਂ ਰੱਬ ਨੂੰ ਮਿਲਣ ਵਾਸਤੇ ਕਰਮ ਕੀਤੇ ਨੇ, ਤਾਂ ਇੱਕ ਦਿਨ ਇਹ ਕਰਮ ਆ ਕੇ ਸਹਾਇਤਾ ਕਰੇਗਾ ਰੱਬ ਨੂੰ ਮਿਲਣ ਵਿੱਚ, ਗੁਰੂ ਨੂੰ ਮਿਲਣ ਦੇ ਵਿੱਚ। ਤੇ ਦੂਸਰਾ ਹੁੰਦਾ ਹੈ, ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਕਿਸੇ ਨੂੰ ਕੋਈ ਗਹਿਰਾ ਦੁੱਖ ਲੱਗ ਜਾਵੇ, ਦੁੱਖ ਲੱਗਣ ਦੇ ਨਾਲ ਵੀ ਜਾਗਦਾ। ਜਿਵੇਂ ਧਰੂ ਮਤਰੇਈ ਚੰਡਿਆ, ਭਾਈ ਗੁਰਦਾਸ ਜੀ ਲਿਖਦੇ ਨੇ, ਧਰੂ ਭਗਤ ਨੂੰ ਉਹਦੀ ਮਾਤਾ ਨੇ ਜੋ ਚਪੇੜਾਂ ਮਾਰੀਆਂ ਨਾ, ਬੜਾ ਦੁੱਖ ਹੋਇਆ। ਰਾਜੇ ਦਾ ਪੁੱਤਰ ਸੀ, ਕਿਉਂਕਿ ਜਿੰਨੀ ਵੱਡੀ ਪਦਵੀ ਤੇ ਹੈ ਨਾ, ਜੇ ਉਤੋਂ ਮਾੜਾ ਜਿਹਾ ਵੀ ਗਰਾਜਮਾਨ ਹੋਵੇ, ਇਹਦੀ ਬੇਇੱਜ਼ਤੀ ਵੀ ਉਨੀ ਵੱਡੀ ਹੁੰਦੀ, ਦੁੱਖ ਵੀ ਵੱਡਾ ਹੁੰਦਾ ਹੈ ਜਿੰਨੀ ਕੋਈ ਵੱਡੀ। ਰਾਜੇ ਦਾ ਪੁੱਤਰ ਸੀ, ਚਪੇੜਾਂ ਮਾਰੀਆਂ ਭਰੀ ਸਭਾ ਦੇ ਵਿੱਚ, ਬੜਾ ਦੁੱਖ ਲੱਗਾ। ਕਹਿੰਦੇ ਵੀ ਇਸ ਬੇਇੱਜ਼ਤੀ ਨੂੰ ਮਿਟਾਉਣਾ ਚਾਹੀਦਾ। ਤੇ ਮਾਂ ਨੂੰ ਕਹਿੰਦਾ ਜਾ ਕੇ ਵੀ ਮੇਰੇ ਨਾਲ ਤੇ ਇਹ ਗੱਲ ਹੋਈ। ਉਹ ਕਹਿੰਦੀ ਵੀ ਫਿਰ ਬੰਦਗੀ ਕਰਨੀ ਪਵੇ। ਭਾਈ ਗੁਰਦਾਸ ਜੀ ਨੇ ਸਾਰਾ ਪ੍ਰਸੰਗ ਲਿਖਿਆ ਹੈ। ਤਾਂ ਕਹਿੰਦੇ ਵੀ ਤਪ ਕਰਨਾ ਪਏਗਾ। 5 ਸਾਲ ਦੀ ਉਮਰ ਹੈ, ਕਹਿੰਦੀ ਤੇਰੀ ਉਮਰ ਛੋਟੀ, ਅਜੇ ਨਾ ਜਾ। ਅੱਧੀ ਰਾਤ ਨੂੰ ਮਾਤਾ ਨੂੰ ਸੁੱਤੀ ਹੋਈ ਨੂੰ ਛੱਡ ਕੇ ਚਲਾ ਗਿਆ। ਨਾਰਦ ਮੁਨੀ ਉਪਦੇਸਿਆ, ਨਾਰਦ ਮੁਨੀ ਗੁਰੂ ਬਣਿਆ, ਉਪਦੇਸ਼ ਦਿੱਤਾ ਨਾਮ ਜਪ ਏਦਾਂ। ਤਾਂ ਉਹ ਦੁੱਖ ਵੀ ਉਹਦੇ ਵਾਸਤੇ ਦੁੱਖ ਦਾਰੂ ਸੁਖ ਰੋਗ ਪਿਆ। ਉਹ ਦੁੱਖ ਨੇ ਵੀ ਉਹਨੂੰ ਜਗਾ ਦਿੱਤਾ। ਸਾਡੇ ਰੋਜ਼ ਚਪੇੜਾਂ ਵੱਜਦੀਆਂ ਨੇ, ਆਪਾਂ ਬੜੇ ਢੀਠ ਹੋ ਗਏ ਹਾਂ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਰੋਜ਼ ਚਪੇੜਾਂ ਮਾਰਦੀ ਹੈ। ਇੱਥੇ ਤਾਂ ਕਮੇਟੀ ਮੈਂਬਰ ਵੀ ਅੰਮ੍ਰਿਤ ਛਕਣ ਨੂੰ ਤਿਆਰ ਨਹੀਂ। ਵਰਲਡ ਵਿੱਚ ਜਿੱਥੇ ਜਿੱਥੇ ਵੀ ਨੇ, ਤੁਸੀਂ ਵੇਖ ਲਓ, ਕੋਈ ਵਿਰਲੀ ਕਮੇਟੀ ਮਿਲੇਗੀ ਭਾਗਾਂ ਵਾਲੀ ਜਿਹਨੇ ਸਾਰੀ ਨਹੀਂ ਅੰਮ੍ਰਿਤ ਛਕਿਆ ਹੋਵੇਗਾ, ਬਲਕਿ ਕਈ ਤਾਂ ਦਾੜੀ ਵੀ ਰੰਗਦੇ ਨੇ। ਥੋੜੇ ਦਿਨ ਹੋ ਗਏ ਨੇ, ਇੱਕ ਫੇਸਬੁੱਕ ਤੇ ਦਿਖਾਈ ਦੇ ਸਾਰੇ ਉਹ ਗ੍ਰੰਥੀ ਦੇ ਗੱਲ ਪੈ ਰਹੇ ਸੀਗੇ, 5-7 ਮੈਂਬਰ ਜਿੰਨੇ ਵੀ, ਉਹਨਾਂ ਸਾਰਿਆਂ ਦੀ ਦਾੜੀ ਰੰਗੀ ਹੋਈ ਸੀਗੀ। ਤੋ ਚਪੇੜਾਂ ਪੈਂਦੀਆਂ ਨੇ। ਗੁਰੂ ਤਾਂ ਰੋਜ਼ ਕਹਿੰਦਾ ਵੀ ਪਹਿਲਾਂ ਤੂੰ ਗੁਰੂ ਵਾਲਾ ਤਾਂ ਬਣ, ਅਸੀਂ ਅੰਮ੍ਰਿਤ ਛਕਣ ਨੂੰ ਤਿਆਰ ਨਹੀਂ। ਕਿੰਨੇ ਢੀਠ ਹੋ ਗਏ। ਧਰੂ ਦੇ ਇੱਕੋ ਦਿਨ 2 ਚਪੇੜਾਂ ਵੱਜੀਆਂ ਸੀ, ਉਸੇ ਦੇ ਨਾਲ ਹੀ ਉਹ ਰੱਬ ਦੀ ਭਗਤੀ ਦੇ ਵਿੱਚ ਲੱਗ ਗਿਆ। ਇੱਕ ਤਾਂ ਇਹ ਹੁੰਦਾ ਹੈ। ਇੱਕ ਸਾਧ ਸੰਗਤ ਸਤਿਗੁਰੂ ਪਾਤਸ਼ਾਹ ਜੀ ਗੁਰਬਾਣੀ ਦੇ ਵਿੱਚ ਦੱਸਦੇ ਨੇ, ਪਹਿਲਾ ਕੋਈ ਪੂਰਬਲਾ ਕਰਮ, ਦੂਸਰਾ ਕੋਈ ਦੁੱਖ, ਤੀਸਰਾ ਇਹ ਜੀਵ ਸਤ ਸੰਗਤ ਕਰੇ। ਮੇਰੇ ਮਾਧੋ ਜੀ, ਸਤ ਸੰਗਤ ਮਿਲੇ ਸੋ ਤਰਿਆ। ਜਿਹਦੀ ਕੋਈ ਬੰਦਗੀ ਵੀ ਨਹੀਂ ਹੈ, ਪਿਛਲੇ ਕਰਮ ਵੀ ਚੰਗੇ ਨਹੀਂ, ਉਹ ਕਿਤੇ ਸਤ ਸੰਗਤ ਦੀ ਸੇਵਾ ਕਰਨ ਲੱਗ ਜਾਵੇ, ਸਤ ਸੰਗਤ ਵਿੱਚ ਆਉਣ ਲੱਗ ਜਾਵੇ, ਤਾਂ ਬਖਸ਼ਿਸ਼ ਹੋ ਜਾਂਦੀ ਹੈ। ਇੱਥੇ ਮਹਾਰਾਜ ਕਹਿੰਦੇ ਪਰਾ ਪੂਰਬਲਾ ਕਰਮ ਬਣ ਆਇਆ। ਉਹ ਜਿਹੜੇ ਪਹਿਲਾਂ ਕਰਮ ਕਰਦੇ ਰਹੇ ਰੋਜ਼, ਉਹ ਹੁਣ ਅੱਗੇ ਆ ਕੇ ਸ਼ੁਭ ਕਰਮ ਬਣ ਕੇ ਆਇਆ। ਹਰ ਕੇ ਗੁਣ ਨਿਤ ਰਸਨਾ ਗਾਇਆ, ਤਾਂ ਹੁਣ ਰਸਨਾ ਰੋਜ਼ ਵਾਹਿਗੁਰੂ ਦੇ ਗੁਣ ਗਾਣ ਲੱਗ ਵੀ। ਹਰ ਕੇ ਸੰਤ ਸਦਾ ਪ੍ਰਵਾਨ, ਜਿਹੜੇ ਰੱਬ ਦੇ ਸੰਤ ਨੇ ਉਹ ਸਦਾ ਹੀ ਪ੍ਰਵਾਨ ਹਨ। ਸੰਤ ਜਨਾਂ ਮਸਤਕ ਨਿਸ਼ਾਨ, ਸੰਤ ਜਨਾਂ ਦੇ ਮਸਤਕ ਦੇ ਉੱਪਰ ਭਗਤੀ ਦਾ ਨਿਸ਼ਾਨ ਲੱਗਾ ਹੁੰਦਾ ਹੈ। ਭਾਵ ਉਹ ਨਿਸ਼ਾਨ ਪ੍ਰਗਟ ਹੁੰਦਾ, ਹਰ ਇੱਕ ਨੂੰ ਦਿਖਾਈ ਨਹੀਂ ਦਿੰਦਾ। ਜਿਵੇਂ ਹੁਣ ਕੋਈ ਡਾਕਟਰ ਬਣਿਆ ਹੈ, ਉਹ ਜਿਹੜਾ ਕੋਈ ਜਾਣਦਾ ਹੈ ਨਾ ਡਾਕਟਰ ਦੀ ਪਦਵੀ ਨੂੰ, ਉਹਨੂੰ ਪਤਾ ਹੈ। ਕੋਈ ਵਕੀਲ ਬਣਿਆ, ਕੋਈ ਜੱਜ ਬਣਿਆ, ਕੋਈ ਇੰਜੀਨੀਅਰ ਬਣਿਆ ਹੈ, ਹਰ ਇੱਕ ਨੂੰ ਨਹੀਂ ਜਾਣ ਸਕਦਾ ਵੀ ਇਹਦੇ ਵਿੱਚ ਕੀ ਕੁਆਲਿਟੀ ਹੈ। ਹੁਣ ਕਿੰਨੇ ਪਾਠੀ ਗ੍ਰੰਥੀ ਖੜੇ ਕਰ ਦਿੱਤੇ ਜਾਣ ਰਾਗੀ, ਹਰ ਇੱਕ ਨੂੰ ਨਹੀਂ ਪਤਾ ਲੱਗੇਗਾ।
ਪਰ ਜਿਹੜਾ ਜਾਣਦਾ ਹੈ ਉਹਨੂੰ ਪਤਾ ਹੋਵੇਗਾ। ਕਿਸੇ ਵੀ ਤਰ੍ਹਾਂ ਦੀ ਕਲਾ ਦੇ ਬੰਦੇ ਇਕੱਠੇ ਹੋਣ, ਉਹ ਗਾਣਗੇ। ਆਮ ਬੰਦਾ ਵੇਖੇਗਾ ਜੀ ਸਾਰਿਆਂ ਨੇ ਇੱਕੋ ਜਿਹਾ ਗਾਇਆ ਹੈ, ਪਰ ਜਿਹੜੇ ਜਾਣਕਾਰ ਹੁੰਦੇ ਨੇ ਉਹ ਕਹਿੰਦੇ ਨਹੀਂ, ਇੱਥੇ ਇਹਨਾਂ ਨੇ ਇਹ ਗਲਤੀ ਕੀਤੀ ਹੈ, ਇੱਥੇ ਤਾਲ ਵਿੱਚ ਖੁੰਝ ਗਏ ਸੀ। ਹੁਣ ਮੇਰੇ ਵਰਗੇ ਕਥਾਵਾਚਕ ਤਾਂ ਬੜੇ ਨੇ, ਪਰ ਜਦੋਂ ਕੋਈ ਗਿਆਨਵਾਨ ਕਿਸੇ ਕਥਾਵਾਚਕ ਨੂੰ ਸੁਣੇਗਾ, ਆਖੇਗਾ ਹਾਂ ਵਾਕਿਆ ਕੋਈ ਤੱਤ ਦੀ ਗੱਲ ਹੈ। ਕਥਾ ਤਾਂ ਬਥੇਰੇ ਕਰਦੇ ਨੇ, ਆਪੋ ਆਪ ਹੀ ਗਿਆਨੀ ਬਣੇ ਹੋਏ ਨੇ, ਪਰ ਕਥਾ ਜਦੋਂ ਕੋਈ ਗੁਰਬਾਣੀ ਦੀ ਕਰੇਗਾ, ਗੋਝ ਦੀ, ਉਹ ਸਮਝ ਜਾਣਗੇ ਹਾਂ ਬਾਕੀ ਇੱਥੇ ਕੋਈ ਤੱਤ ਦੀ ਗੱਲ ਹੈ। ਤਾਂ ਇਸ ਤਰ੍ਹਾਂ ਉਹ ਨਿਸ਼ਾਨ ਹੁੰਦਾ ਹੈ, ਇਹ ਨਿਸ਼ਾਨੀਆਂ ਹੁੰਦੀਆਂ ਨੇ। ਉਸ ਨਿਸ਼ਾਨੀ ਤੋਂ ਚੀਜ਼ ਦੀ ਪਰਖ ਹੁੰਦੀ ਹੈ। ਕਿਸੇ ਨੂੰ ਤਾਪ ਚੜਿਆ ਹੋਵੇ ਤਾਂ ਉਹ ਥਰਮਾਮੀਟਰ ਲਾ ਕੇ ਡਾਕਟਰ ਕਹਿ ਦਿੰਦਾ ਇੰਨਾ ਬੁਖਾਰ ਹੈ, ਉਹ ਨਿਸ਼ਾਨੀ ਹੁੰਦੀ ਹੈ ਨਾ ਵੀ ਇੱਥੇ ਆ ਕੇ ਬੁਖਾਰ ਇੰਨਾ ਹੈ, ਇੱਥੇ ਬਿਮਾਰੀ ਇੰਨੀ, ਇੱਥੇ ਕੁਆਲਿਟੀ ਹੁੰਦੀ ਹੈ। ਦੇਖਣ ਨੂੰ ਬਾਜ਼ਾਰ ਵਿੱਚ ਮਠਿਆਈਆਂ ਇੱਕੋ ਜਿਹੀਆਂ ਲੱਗਦੀਆਂ, ਸੋਹਣੀਆਂ ਸੋਹਣੀਆਂ, ਪਰ ਜਦੋਂ ਉਹ ਕੁਆਲਿਟੀ ਚੈੱਕ ਕੀਤੀ ਜਾਂਦੀ, ਕਹਿੰਦੇ ਇਸ ਮਠਿਆਈ ਵਿੱਚ ਇਹ ਨੁਕਸ ਹੈ। ਦੇਖਣ ਨੂੰ ਬਾਹਰੋਂ ਨਹੀਂ ਪਤਾ ਲੱਗਦਾ, ਉਹ ਨਿਸ਼ਾਨੀਆਂ ਹੁੰਦੀਆਂ ਨੇ। ਇਸ ਤਰ੍ਹਾਂ ਸੰਤਾਂ ਦੇ ਮਸਤਕ ਤੇ ਨਿਸ਼ਾਨ ਹੁੰਦਾ ਭਗਤੀ ਦਾ। ਦਾਸ ਕੀ ਰੇਣ ਪਾਏ ਜੇ ਕੋਏ, ਨਾਨਕ ਤਿਸ ਕੀ ਪਰਮਗਤ ਹੋਏ। ਐਸੇ ਸੇਵਕ ਸੰਤ ਦੇ ਚਰਨਾਂ ਦੀ ਧੂੜੀ ਕਿਸੇ ਵਿਰਲੇ ਨੂੰ ਮਿਲਦੀ ਹੈ, ਤੇ ਜਿਹਨੂੰ ਮਿਲ ਜਾਵੇ ਉਹਦੀ ਪਰਮ ਗਤੀ ਹੋ ਜਾਂਦੀ, ਉਹਦੀ ਉੱਚੀ ਅਵਸਥਾ ਹੋ ਜਾਂਦੀ ਹੈ। ਇਸ ਤਰ੍ਹਾਂ ਸਾਹਿਬ ਸੱਚੇ ਪਾਤਸ਼ਾਹ ਪਾਵਨ ਬਾਣੀ ਦੁਆਰਾ ਉਪਦੇਸ਼ ਬਖਸ਼ਿਆ ਹੈ। ਸਤਿਗੁਰੂ ਦੀ ਬਾਣੀ ਅਗਾਧ ਬੋਧ ਹੈ, ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ।